ਹੈਲੋ ਸਟੂਡੈਂਟ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਦਾ ਐਜ ਪੁਆਇੰਟ ਦੇ ਉੱਪਰ। ਜਿਸ ਤਰ੍ਹਾਂ ਸਟੂਡੈਂਟ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਹਿਸਟਰੀ ਆਫ ਪੰਜਾਬ ਦਾ ਜਿਹੜਾ ਕੋਰਸ ਸੀ ਉਹ ਚੱਲ ਰਿਹਾ ਹੈ, ਜਿਸ ਦੇ ਵਿੱਚ ਅਸੀਂ ਸੈਕੰਡ ਸਾਡਾ ਚੈਪਟਰ ਡਿਵੈਲਪਮੈਂਟ ਆਫ ਸਿੱਖੀਜ਼ਮ ਡਿਊਰਿੰਗ ਦਾ ਪੀਰੀਅਡ ਆਫ 10 ਗੁਰੂਜ਼ ਇਸ ਨੂੰ ਕਵਰ ਕਰ ਰਹੇ ਸੀ। ਇਸ ਦੇ ਅਸੀਂ 4 ਲੈਕਚਰ ਪਹਿਲਾਂ ਆਲਰੇਡੀ ਕਰ ਚੁੱਕੇ ਹਾਂ, ਜਿਨ੍ਹਾਂ ਦੇ ਵਿੱਚ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਹਰਿਰਾਏ ਜੀ ਤੱਕ ਦਾ ਜਿਹੜਾ ਟਾਈਮ ਪੀਰੀਅਡ ਸੀ ਉਹ ਅਸੀਂ ਕਵਰ ਕੀਤਾ। ਤੇ ਅਸੀਂ ਕਹਿ ਸਕਦੇ ਹਾਂ ਕਿ 1469 ਤੋਂ ਲੈ ਕੇ 1661 ਈਸਵੀ ਤੱਕ ਦਾ ਜਿਹੜਾ ਟਾਈਮ ਪੀਰੀਅਡ ਹੈ ਉਹਨੂੰ ਅਸੀਂ ਕਵਰ ਕਰ ਚੁੱਕੇ ਹਾਂ। ਤੇ ਸਾਡਾ ਜਿਹੜਾ ਅੱਜ ਦਾ ਜਿਹੜਾ ਲੈਕਚਰ ਰਹਿਣ ਵਾਲਾ ਹੈ ਉਹ ਅਸੀਂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਤੋਂ ਸਟਾਰਟ ਕਰਾਂਗੇ ਤੇ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਚੈਪਟਰ ਹੈ ਜਿਹੜਾ ਕਾਫੀ ਲੈਂਥੀ ਰਹਿਣ ਵਾਲਾ ਹੈ। ਤੇ ਉਮੀਦ ਹੈ ਤੁਸੀਂ ਸਾਰੇ ਐਂਡ ਤੱਕ ਸਾਡੇ ਨਾਲ ਜੁੜੋਗੇ ਤੇ ਜਿੱਥੋਂ ਤੱਕ ਹੋ ਸਕੇ ਇਸ ਜਿਹੜੇ ਲੈਕਚਰ ਦੇ ਨੋਟਸ ਨੇ ਉਹ ਜ਼ਰੂਰ ਬਣਾ ਲਿਓ। ਤਾਂ ਚਲੋ ਜੀ ਸਟਾਰਟ ਕਰਦੇ ਹਾਂ। 5ਵਾਂ ਪਾਰਟ ਹੈ ਸਾਡਾ ਅੱਜ। ਤਾਂ ਸਾਡਾ ਅਸੀਂ ਟੌਪਿਕ ਬਣਾ ਲੈਂਦੇ ਹਾਂ ਗੁਰੂ ਹਰਕ੍ਰਿਸ਼ਨ ਜੀ। ਨੋਟ ਡਾਊਨ ਕਰਦੇ ਰਹੋ। ਗੁਰੂ ਹਰਕ੍ਰਿਸ਼ਨ ਜੀ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਇਹਨਾਂ ਦੇ ਜਨਮ ਦੀ। ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਜਿਹੜੇ ਮੇਨ ਸਾਡੇ ਕੋਲ ਫੈਕਟ ਰਹਿੰਦੇ ਆ ਉਹਨਾਂ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਮੇਨ ਫੈਕਟ ਦੇ ਉੱਤੇ ਗੱਲ ਕਰਦੇ ਹਾਂ। ਤਾਂ ਇਹਨਾਂ ਦਾ ਜਿਹੜਾ ਜਨਮ ਹੈ, ਜਨਮ ਇਹਨਾਂ ਦਾ 7 ਜੁਲਾਈ 1657 ਈਸਵੀ ਨੂੰ ਹੁੰਦਾ ਹੈ। ਇਹ ਇੰਪੋਰਟੈਂਟ ਰਹਿੰਦਾ ਹੈ ਕਿ ਇਹਨਾਂ ਦੇ ਨਾਲ ਰਿਲੇਟਡ ਜਨਮ ਮਿਤੀ ਹੈ ਜਿਹੜੀ ਉਹ ਅਕਸਰ ਪੁੱਛ ਲਈ ਜਾਂਦੀ ਹੈ। ਤੇ ਸਥਾਨ ਜੇ ਪੁੱਛਿਆ ਜਾਵੇ ਤੁਹਾਡੇ ਤੋਂ ਕਿੱਥੇ ਹੁੰਦਾ ਹੈ ਤਾਂ ਉਹ ਹੁੰਦਾ ਹੈ ਜੀ ਕੀਰਤਪੁਰ ਸਾਹਿਬ। ਪਿਤਾ ਦਾ ਨਾਮ, ਮਾਤਾ ਪਿਤਾ ਬਾਰੇ ਤੁਹਾਡੇ ਤੋਂ ਪੁੱਛਿਆ ਜਾਵੇ ਤਾਂ ਪਿਤਾ ਦਾ ਨਾਮ ਹੈ ਜਿਹੜਾ ਇਹਨਾਂ ਦਾ ਉਹ ਹੋਊਗਾ ਹਰਿਰਾਏ ਜੀ। ਗੁਰੂ ਹਰਿਰਾਏ ਜੀ। ਗੁਰੂ ਹਰਿਰਾਏ ਜੀ ਦੇ ਇਹ ਛੋਟੇ ਪੁੱਤਰ ਸੀ। ਗੁਰੂ ਹਰਿਰਾਏ ਜੀ ਦੇ ਛੋਟੇ ਪੁੱਤਰ ਸੀ। ਪਿਛਲੇ ਲੈਕਚਰ ਦੇ ਵਿੱਚ ਵੀ ਅਸੀਂ ਨੇ ਗੱਲ ਕੀਤੀ ਸੀ ਕਿ ਇਹਨਾਂ ਦੇ ਜੋ ਗੁਰਗੱਦੀ ਹੈ ਉਹ ਗੁਰੂ ਹਰਕ੍ਰਿਸ਼ਨ ਜੀ ਨੂੰ ਕਿਉਂ ਮਿਲੀ ਸੀ, ਉਹਦੇ ਅਸੀਂ ਫੈਕਟ ਦੇ ਉੱਤੇ ਗੱਲ ਕਰੀ ਸੀ। ਤਾਂ ਉੱਥੇ ਅਸੀਂ ਇੱਕ ਪੁਆਇੰਟ ਡਿਸਕਸ ਕੀਤਾ ਸੀ ਕਿ ਰਾਮ ਰਾਏ ਜੀ ਸੀ ਜਿਹੜੇ ਉਹਨਾਂ ਨੇ ਗੁਰਬਾਣੀ ਦੀ ਗਲਤ ਜਿਹੜੀ ਵਿਆਖਿਆ ਕਰ ਦਿੱਤੀ ਸੀ, ਜਿਸ ਦੇ ਕਾਰਨ ਉਹਨਾਂ ਨੂੰ ਗੁਰਗੱਦੀ ਤੋਂ ਵਾਂਝਾ ਕਰ ਦਿੱਤਾ ਸੀ ਤੇ ਗੁਰਗੱਦੀ ਹੈ ਜਿਹੜੀ ਉਹ ਗੁਰੂ ਹਰਕ੍ਰਿਸ਼ਨ ਜੀ ਨੂੰ ਸੌਂਪ ਦਿੱਤੀ ਸੀ। ਤੇ ਇਹਨਾਂ ਦੀ ਮਾਤਾ ਜੀ ਦਾ ਨਾਮ ਪੁੱਛ ਲਿਆ ਜਾਵੇ, ਪਿਤਾ ਦਾ ਨਾਮ ਹਰਿਰਾਏ ਜੀ, ਮਾਤਾ ਜੀ ਦਾ ਨਾਮ ਜੇ ਪੁੱਛ ਲਿਆ ਜਾਵੇ ਤਾਂ ਉਹ ਸਾਡੇ ਕੋਲ ਰਹੇਗਾ ਸੁਲੱਖਣੀ ਜੀ। ਤਾਂ ਉਸ ਤੋਂ ਬਾਅਦ ਦੇ ਵਿੱਚ ਗੁਰਗੱਦੀ ਦੀ ਪ੍ਰਾਪਤੀ। ਇਹ ਗੱਲ ਅਸੀਂ ਪਿਛਲੇ ਲੈਕਚਰ ਦੇ ਵਿੱਚ ਵੀ ਕਰੀ ਸੀ ਕਿ ਰਾਮ ਰਾਏ ਨੂੰ ਔਰੰਗਜ਼ੇਬ ਦੇ ਕੋਲ ਭੇਜਿਆ ਗਿਆ ਤਾਂ ਉਸਨੇ ਗੁਰਬਾਣੀ ਦੀ ਕੁਝ ਜਿਹੜੇ ਸ਼ਬਦ ਸੀ ਉਹਨਾਂ ਦੀ ਗਲਤ ਵਿਆਖਿਆ ਕੀਤੀ, ਜਿਸ ਦੇ ਕਾਰਨ ਉਹਨਾਂ ਨੂੰ ਗੁਰਗੱਦੀ ਤੋਂ ਬੇਦਖਲ ਕਰ ਦਿੱਤਾ ਗਿਆ। ਤੇ ਗੁਰੂ ਹਰਿਰਾਏ ਜੀ ਨੇ 6 ਅਕਤੂਬਰ 1661 ਈਸਵੀ ਨੂੰ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਹੈ ਜਿਹੜੀ ਉਹ ਸੌਂਪ ਦਿੱਤੀ। ਗੁਰਗੱਦੀ ਦੀ ਮਿਤੀ ਹੈ ਜਿਹੜੀ ਇਹ ਵੀ ਇੰਪੋਰਟੈਂਟ ਰਹਿੰਦੀ ਹੈ, 6 ਅਕਤੂਬਰ 1661 ਈਸਵੀ। ਤਾਂ ਜਿਸ ਸਮੇਂ ਇਹਨਾਂ ਨੂੰ ਗੁਰਗੱਦੀ ਮਿਲਦੀ ਹੈ ਤਾਂ ਇਹਨਾਂ ਦੀ ਉਮਰ ਹੈ ਜਿਹੜੀ ਉਹ 5 ਸਾਲ ਹੈ। ਉਮਰ ਇਹਨਾਂ ਦੀ ਇਸ ਸਮੇਂ ਰਹਿੰਦੀ ਹੈ 5 ਸਾਲ। ਤੇ ਇਸ ਦੇ ਨਾਲ ਇੱਕ ਇੰਪੋਰਟੈਂਟ ਜਿਹੜਾ ਕੁਐਸਚਨ ਹੈ ਕਾਫੀ ਵਾਰ ਪੁੱਛਿਆ ਜਾਂਦਾ ਹੈ, ਬਾਲ ਗੁਰੂ। ਹਿਸਟਰੀ ਆਫ ਪੰਜਾਬ ਜਾਂ ਸਿੱਖ ਹਿਸਟਰੀ ਦਾ ਇੱਕ ਕੁਐਸਚਨ ਬਣਦਾ ਹੈ ਕਿ ਬਾਲ ਗੁਰੂ ਕਿਹੜੇ ਗੁਰੂ ਨੂੰ ਕਿਹਾ ਜਾਂਦਾ ਹੈ। ਤਾਂ ਇਸ ਦਾ ਆਨਸਰ ਹੈ ਜਿਹੜਾ ਸਾਡੇ ਕੋਲ ਉਹ ਵੀ ਰਹਿਣ ਵਾਲਾ ਹੈ ਗੁਰੂ
ਹਰਕ੍ਰਿਸ਼ਨ ਜੀ, ਕਿਉਂਕਿ ਇਹਨਾਂ ਨੂੰ ਸਭ ਤੋਂ ਛੋਟੀ ਉਮਰ ਦੇ ਵਿੱਚ ਗੁਰਗੱਦੀ ਹੈ ਜਿਹੜੀ ਉਹ ਮਿਲਦੀ ਹੈ ਤੇ ਉਂਝ ਵੀ ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਬਹੁਤ ਘੱਟ ਰਹਿੰਦਾ ਹੈ। ਤਾਂ ਇਹ 6 ਅਕਤੂਬਰ 1661 ਤੋਂ ਲੈ ਕੇ ਇਹ 1664 ਤੱਕ ਗੁਰਗੱਦੀ ਦੇ ਉੱਤੇ ਵਿਰਾਜਮਾਨ ਰਹਿੰਦੇ ਹੈ। 1661 ਤੋਂ ਲੈ ਕੇ ਕਦੋਂ ਤੱਕ ਰਹਿੰਦੇ ਹੈ? ਇਹ ਰਹਿੰਦੇ ਹੈ ਜੀ 1664 ਈਸਵੀ ਦੇ ਤੱਕ। ਤਾਂ ਇਹ ਦਿੱਲੀ ਚਲੇ ਜਾਂਦੇ ਆ, ਜਿੱਥੇ ਇਹ ਜੋਤੀ ਜੋਤ ਨੇ ਜਿਹੜੇ ਸਮਾ ਜਾਂਦੇ ਆ। ਕਿਉਂ ਇਹਨਾਂ ਨੂੰ ਦਿੱਲੀ ਜਾਣਾ ਪੈਂਦਾ ਤਾਂ ਵੀ ਅਸੀਂ ਡਿਸਕਸ ਕਰ ਲੈਂਦੇ ਹਾਂ। ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਇਹਨਾਂ ਦਾ ਜਿਹੜਾ ਵੱਡਾ ਭਰਾ ਸੀ ਉਹ ਸੀ ਰਾਮ ਰਾਏ। ਇਹਨਾਂ ਦਾ ਵੱਡਾ ਭਰਾ ਸੀ ਰਾਮ ਰਾਏ, ਜੋ ਕਿ ਗੁਰਗੱਦੀ ਦੇ ਉੱਤੇ ਆਪਣਾ ਹੱਕ ਹੈ ਜਿਹੜਾ ਉਹ ਸਮਝਦਾ ਸੀ। ਪਰ ਗੁਰੂ ਹਰਿਰਾਏ ਜੀ ਨੇ ਰਾਮ ਰਾਏ ਨੂੰ ਗੁਰਗੱਦੀ ਹੈ ਜਿਹੜਾ ਗੁਰਗੱਦੀ ਤੋਂ ਬੇਦਖਲ ਕਰ ਦਿੱਤਾ ਸੀ, ਤਾਂ ਕਰਕੇ ਉਹ ਗੁਰੂ ਹਰਕ੍ਰਿਸ਼ਨ ਜੀ ਦੇ ਵਿਰੁੱਧ ਹੋ ਗਿਆ। ਉਹਨੇ ਕਾਫੀ ਸਾਜ਼ਿਸ਼ਾਂ ਕਰੀਆਂ ਤੇ ਅਖੀਰ ਦੇ ਉੱਤੇ ਉਹਨੇ ਔਰੰਗਜ਼ੇਬ ਤੋਂ ਜਿਹੜੀ ਸਹਾਇਤਾ ਉਹ ਮੰਗੀ। ਤਾਂ ਔਰੰਗਜ਼ੇਬ ਹੈ ਜਿਹੜਾ ਉਹ ਕਹਿੰਦਾ ਹੈ ਕਿ ਗੁਰੂ ਹਰਕ੍ਰਿਸ਼ਨ ਨੂੰ ਮੇਰੇ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਵੇ। ਤਾਂ ਇਹ ਜਿਹੜਾ ਕੰਮ ਹੈ ਇਹ ਕੰਮ ਸੌਂਪਿਆ ਗਿਆ ਗੁਰੂ ਜੀ ਨੂੰ ਦਿੱਲੀ ਲੈ ਕੇ ਜਾਣ ਦਾ ਰਾਜਾ ਜੈ ਸਿੰਘ। ਇਹ ਨਾਮ ਯਾਦ ਰੱਖਣ ਵਾਲਾ ਹੈ। ਤਾਂ ਗੁਰੂ ਜੀ ਨੂੰ ਦਿੱਲੀ ਲੈ ਕੇ ਜਾਣ ਦਾ ਕੰਮ ਹੈ ਜਿਹੜਾ ਉਹ ਸੌਂਪਿਆ ਗਿਆ ਰਾਜਾ ਜੈ ਸਿੰਘ ਨੂੰ। ਤਾਂ ਰਾਜਾ ਜਿਹੜਾ ਜੈ ਸਿੰਘ ਸੀ ਉਹਨੇ ਆਪਣਾ ਦੀਵਾਨ ਪਰਸਰਾਮ ਨੂੰ ਗੁਰੂ ਜੀ ਕੋਲ ਭੇਜਿਆ। ਇਹ ਨਾਮ ਨੇ ਜਿਹੜੇ ਇੰਪੋਰਟੈਂਟ ਰਹਿੰਦੇ ਆ, ਇਹਨਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ। ਦੀਵਾਨ ਪਰਸਰਾਮ, ਦੀਵਾਨ ਪਰਸਰਾਮ ਨੂੰ ਇਹ ਕੰਮ ਸੌਂਪਿਆ ਗਿਆ ਕਿ ਗੁਰੂ ਜੀ ਨੂੰ ਦਿੱਲੀ ਲੈ ਕੇ ਜਾਣਾ ਹੈ। ਦਿੱਲੀ ਕਿਸ ਦੇ ਪਾਸ? ਔਰੰਗਜ਼ੇਬ ਦੀ ਬਾਤ। ਉਸ ਟਾਈਮ ਦਾ ਜਿਹੜਾ ਮੁਗਲ ਬਾਦਸ਼ਾਹ ਸੀ ਔਰੰਗਜ਼ੇਬ ਦੇ ਕੋਲ। ਤਾਂ ਕਹਿੰਦੇ ਆ ਕਿ ਗੁਰੂ ਜੀ ਦਿੱਲੀ ਚਲੇ ਗਏ, ਪਰ ਉਸ ਟਾਈਮ ਦੇ ਉੱਤੇ ਦਿੱਲੀ ਦੇ ਵਿੱਚ ਚੇਚਕ ਤੇ ਹੈਜੇ ਦੀ ਜਿਹੜੀ ਬਿਮਾਰੀ ਆ ਉਹ ਫੈਲੀ ਹੋਈ ਸੀ। ਤਾਂ ਗੁਰੂ ਜੀ ਨੇ ਇਸ ਬਿਮਾਰੀ ਤੋਂ ਪ੍ਰਭਾਵਿਤ ਜਿਹੜੇ ਲੋਕਾਂ ਦੀ ਬਹੁਤ ਜ਼ਿਆਦਾ ਜਿਹੜੀ ਸੇਵਾ ਕੀਤੀ, ਪਰੰਤੂ ਇਹ ਬਿਮਾਰੀ ਖੁਦ ਉਹਨਾਂ ਨੂੰ ਹੋ ਗਈ, ਜਿਸ ਦੇ ਕਾਰਨ ਉਹ 1664 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਗਏ। ਤੇ ਇਹਦੀ ਡੇਟ ਰਹਿੰਦੀ ਹੈ 30 ਮਾਰਚ 1664 ਈਸਵੀ। 30 ਮਾਰਚ 1664 ਈਸਵੀ ਨੂੰ ਦਿੱਲੀ ਵਿੱਚ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾ ਜਾਂਦੇ ਆ। ਤਾਂ ਇੱਥੇ ਇੱਕ ਇਤਿਹਾਸਕਾਰਾਂ ਵਿੱਚ ਥੋੜੇ ਇਹ ਮਤਭੇਦ ਪਾਏ ਜਾਂਦੇ ਆ ਕਿ ਗੁਰੂ ਜੀ ਦੀ ਜਿਹੜੀ ਮੁਲਾਕਾਤ ਹੈ ਉਹ ਔਰੰਗਜ਼ੇਬ ਨਾਲ ਹੋਈ ਜਾਂ ਨਹੀਂ ਹੋਈ। ਇਸ ਦੇ ਨਾਲ ਰਿਲੇਟਡ ਕਈ ਸਾਖੀਆਂ ਨੇ ਜਿਹੜੀਆਂ ਉਹ ਵੀ ਪ੍ਰਚਲਿਤ ਨੇ, ਪਰੰਤੂ ਕਈ ਇਤਿਹਾਸਕਾਰ ਮੰਨਦੇ ਆ ਕਿ ਉਹਨਾਂ ਦੀ ਮੁਲਾਕਾਤ ਹੋਈ ਹੈ ਤੇ ਕਈ ਇਤਿਹਾਸਕਾਰ ਮੰਨਦੇ ਆ ਕਿ ਉਹਨਾਂ ਦੀ ਮੁਲਾਕਾਤ ਹੈ ਜਿਹੜੀ ਉਹ ਨਹੀਂ ਹੋਈ। ਇਸ ਦੇ ਵਾਸਤੇ ਸਾਨੂੰ ਕੋਈ ਜਿਹੜਾ ਠੋਸ ਸਬੂਤ ਹੈ ਉਹ ਨਹੀਂ ਮਿਲਦਾ ਹੈ। ਸਿਰਫ ਸਾਖੀਆਂ ਦੇ ਉੱਤੇ ਹੀ ਸਾਨੂੰ ਨਿਰਭਰ ਹੈ ਜਿਹੜਾ ਉਹ ਰਹਿਣਾ ਪੈਂਦਾ ਹੈ। ਤਾਂ ਇਸ ਲੈਕਚਰ ਦੇ ਵਿੱਚ ਅਸੀਂ ਦੇਖਿਆ ਕਿ ਗੁਰੂ ਹਰਕ੍ਰਿਸ਼ਨ ਜੀ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਬਹੁਤ ਜ਼ਿਆਦਾ ਘੱਟ ਰਹਿੰਦਾ ਹੈ। ਉਹਨਾਂ ਦਾ ਜਨਮ 7 ਜੁਲਾਈ 1656 ਨੂੰ ਕਿੱਥੇ ਹੋ ਰਿਹਾ? ਕੀਰਤਪੁਰ ਸਾਹਿਬ। ਪਿਤਾ ਹਰਿਰਾਏ ਜੀ ਤੇ ਮਾਤਾ ਦਾ ਨਾਮ ਸੁਲੱਖਣੀ ਜੀ। ਇਹਨਾਂ ਦੇ ਵੱਡੇ ਭਰਾ ਦਾ ਨਾਮ ਪੁੱਛ ਲਿਆ ਜਾਵੇ ਤਾਂ ਰਾਮ ਰਾਏ ਜੀ। ਤੇ ਗੁਰਗੱਦੀ ਦੀ ਪ੍ਰਾਪਤੀ ਇਹਨਾਂ ਨੂੰ ਹੁੰਦੀ ਹੈ 6 ਅਕਤੂਬਰ 1661 ਈਸਵੀ ਨੂੰ। ਉਸ ਸਮੇਂ ਇਹਨਾਂ ਦੀ ਉਮਰ ਸੀ ਜਿਹੜੀ 5 ਸਾਲ ਸੀ। ਸਿੱਖ ਇਤਿਹਾਸ ਦੇ ਵਿੱਚ ਵਾਲ ਗੁਰੂ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ? ਤਾਂ ਉਹ ਅਸੀਂ ਕਹਿ ਸਕਦੇ ਹਾਂ ਗੁਰੂ ਹਰਕ੍ਰਿਸ਼ਨ ਜੀ ਨੂੰ ਜਾਣਿਆ ਜਾਂਦਾ ਹੈ। ਤੇ ਇਹ 1664 ਈਸਵੀ ਤੱਕ ਗੁਰਗੱਦੀ ਦੇ ਉੱਤੇ ਵਿਰਾਜਮਾਨ ਰਹੇ। ਤੇ ਰਾਮ ਰਾਏ ਦੀ ਜਿਹੜੀ ਵਿਰੋਧਤਾ ਸੀ ਉਹਦਾ ਵੀ ਇਹਨਾਂ ਨੂੰ ਸਾਹਮਣਾ ਕਰਨਾ ਪਿਆ, ਕਿਉਂਕਿ ਉਹ ਗੁਰਗੱਦੀ ਦੇ ਉੱਤੇ ਆਪਣਾ ਹੱਕ ਸਮਝਦਾ ਸੀ। ਤੇ ਇਹ ਔਰੰਗਜ਼ੇਬ ਤੋਂ ਰਾਮ ਰਾਏ ਹੈ ਜਿਹੜਾ ਉਹ ਸਹਾਇਤਾ ਮੰਗਦਾ ਹੈ। ਤਾਂ ਔਰੰਗਜ਼ੇਬ ਹੁਕਮ ਦਿੰਦਾ ਹੈ ਦਿੱਲੀ ਦਰਬਾਰ ਲੈ ਕੇ ਜਾਣ ਦਾ। ਤਾਂ ਇਹ ਕੰਮ ਰਾਜਾ ਜੈ ਸਿੰਘ ਨੂੰ ਸੌਂਪਿਆ ਜਾਂਦਾ ਹੈ। ਜੈ ਸਿੰਘ ਅੱਗੇ ਆਪਣੇ ਦੀਵਾਨ ਪਰਸਰਾਮ ਨੂੰ ਇਹ ਕੰਮ ਸੌਂਪਦਾ ਹੈ, ਜੋ ਕਿ ਗੁਰੂ ਜੀ ਨੂੰ ਦਿੱਲੀ ਲੈ ਕੇ ਜਾਂਦਾ ਹੈ।
ਤਾਂ ਗੁਰੂ ਜੀ ਤੇ ਔਰੰਗਜ਼ੇਬ ਦੀ ਮੁਲਾਕਾਤ ਹੋਈ ਜਾਂ ਨਹੀਂ ਹੋਈ, ਇਸ ਦੇ ਬਾਰੇ ਕਾਫੀ ਜ਼ਿਆਦਾ ਮਤਭੇਦ ਪਾਏ ਜਾਂਦੇ ਹੈ। ਤੇ ਦਿੱਲੀ ਦੇ ਵਿੱਚ ਉਸ ਸਮੇਂ ਚੇਚਕ ਤੇ ਹੈਜੇ ਦੀ ਜਿਹੜੀ ਬਿਮਾਰੀ ਹੈ ਉਹ ਫੈਲੀ ਸੀ, ਜਿਸ ਦੇ ਕਾਰਨ ਇਹ ਬਿਮਾਰੀ ਦੇ ਕਾਰਨ 30 ਮਾਰਚ 1664 ਈਸਵੀ ਨੂੰ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਦੇ ਵਿੱਚ ਜੋਤੀ ਜੋਤ ਹੈ ਜਿਹੜੀ ਸਮਾ ਜਾਂਦੇ ਹੈ। ਤੇ ਇਸ ਤੋਂ ਬਾਅਦ ਦੇ ਵਿੱਚ ਗੁਰਗੱਦੀ ਹੈ ਜਿਹੜੀ ਉਹ ਗੁਰੂ ਤੇਗ ਬਹਾਦਰ ਜੀ ਨੂੰ ਸੌਂਪ ਦਿੱਤੀ ਜਾਂਦੀ ਹੈ। ਹਾਲਾਂਕਿ ਇਹਨਾਂ ਨੇ ਸਿਰਫ ਆਪਣੀ ਜਿਹੜੀ ਇਹਨਾਂ ਦੀ ਮੌਤ ਤੋਂ ਪਹਿਲਾਂ ਸਿਰਫ ਇਹਨਾਂ ਕਿਹਾ ਸੀ ਕਿ ਬਾਬਾ ਬਕਾਲਾ। ਇਸ ਦੇ ਨਾਲ ਰਿਲੇਟਡ ਜਿਹੜੇ ਫੈਕਟ ਨੇ ਉਹ ਅਸੀਂ ਅੱਗੇ ਕਰਦੇ ਹਾਂ। ਤਾਂ ਗੁਰੂ ਹਰਕ੍ਰਿਸ਼ਨ ਜੀ ਤੋਂ ਬਾਅਦ ਅਸੀਂ ਚੱਲਦੇ ਹਾਂ ਸਾਡੇ ਅਗਲੇ ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਕਨਸੈਪਟ ਹੈ ਇਹ ਕਾਫੀ ਲੈਂਥੀ ਚਲਾ ਜਾਂਦਾ ਹੈ ਤੇ ਇਸ ਦੇ ਵਿੱਚੋਂ ਕਾਫੀ ਕੁਐਸਚਨ ਨੇ ਜਿਹੜੇ ਪੁੱਟ ਹੋਣ ਦੇ ਚਾਂਸ ਨੇ ਜਿਹੜੇ ਰਹਿੰਦੇ ਹੈ। ਤਾਂ ਗੁਰੂ ਤੇਗ ਬਹਾਦਰ ਜੀ 1664 ਤੋਂ ਲੈ ਕੇ 1675 ਈਸਵੀ ਤੱਕ ਗੁਰਗੱਦੀ ਤੇ ਵਿਰਾਜਮਾਨ ਰਹਿਣਗੇ। ਤਾਂ ਅਸੀਂ ਸਭ ਤੋਂ ਪਹਿਲਾਂ ਇਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕਰ ਲਈਏ। ਤਾਂ ਜੀਵਨ ਦੇ ਵਿੱਚ ਮੇਨ ਜਿਹੜਾ ਫੈਕਟ ਸਾਡੇ ਕੋਲ ਆ ਜਾਂਦਾ ਹੈ ਉਹ ਆ ਜਾਂਦਾ ਇਹਨਾਂ ਦਾ ਜਨਮ। ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਜਨਮ ਹੁੰਦਾ ਹੈ ਉਹ ਹੁੰਦਾ ਜੀ 1 ਅਪ੍ਰੈਲ 1621 ਈਸਵੀ ਨੂੰ। ਕਿੱਥੇ ਹੋ ਰਿਹਾ? ਇਹ ਹੋ ਰਿਹਾ ਅੰਮ੍ਰਿਤਸਰ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਇਹਨਾਂ ਦੇ ਪਿਤਾ ਜੀ ਦਾ ਨਾਮ। ਪਿਤਾ ਜੀ ਸੀ ਇਹਨਾਂ ਦੇ ਹਰਗੋਬਿੰਦ ਜੀ। ਹਰਗੋਬਿੰਦ ਜੀ ਦੇ ਪੰਜਵੇਂ ਤੇ ਸਭ ਤੋਂ ਛੋਟੇ ਸਪੁੱਤਰ ਸੀ ਗੁਰੂ ਤੇਗ ਬਹਾਦਰ ਜੀ। ਪਿਤਾ ਜੀ ਦਾ ਨਾਮ ਹਰਗੋਬਿੰਦ ਜੀ ਤੇ ਮਾਤਾ ਦਾ ਨਾਮ ਹੈ ਨਾਨਕੀ ਜੀ। ਉਸ ਤੋਂ ਬਾਅਦ ਦੇ ਵਿੱਚ ਅਸੀਂ ਗੱਲ ਕਰੀਏ ਇਹਨਾਂ ਦੇ ਭਰਾ, ਹੋ ਰਹੇ ਹੈ ਗੁਰਦਿੱਤਾ ਜੀ, ਸੂਰਜਮਲ, ਅਨੀਰਾਏ ਅਤੇ ਅਟਲ ਰਾਏ। देखो, अगर बिल्कुल सिंपल क्वेश्चन ਜਿਹੜੇ ਪੁੱਟ ਹੋਣ ਤਾਂ ਜਨਮ ਅਤੇ ਮਾਤਾ ਪਿਤਾ ਨੂੰ ਲੈ ਕੇ ਕੁਐਸਚਨ ਪੁੱਟ ਹੋ ਜਾਂਦੇ ਆ, ਪਰੰਤੂ ਅਗਰ ਥੋੜਾ ਡੀਪਲੀ ਪੁੱਛ ਲਿਆ ਜਾਵੇ ਤਾਂ ਭਰਾ ਅਤੇ ਭੈਣ ਇਹਨਾਂ ਦੇ ਬਾਰੇ ਵੀ ਕੁਐਸਚਨ ਹੈ ਜਿਹੜੇ ਉਹ ਬਣ ਸਕਦੇ ਆ। ਤਾਂ ਭੈਣ ਸੀ ਇਹਨਾਂ ਦੀ ਇੱਕ, ਉਸਦਾ ਨਾਮ ਸੀ ਬੀਬੀ ਵੀਰੋ ਜੀ। ਉਸ ਤੋਂ ਬਾਅਦ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਇਹਨਾਂ ਦੀ ਬਚਪਨ ਅਤੇ ਸਿੱਖਿਆ ਦੀ। ਸਭ ਤੋਂ ਪਹਿਲਾਂ ਇਹਨਾਂ ਦਾ ਬਚਪਨ ਦਾ ਜਿਹੜਾ ਨਾਮ ਸੀ ਉਹ ਸੀ ਤਿਆਗਮਲ। ਗੁਰੂ ਜੀ ਦਾ ਬਚਪਨ ਦਾ ਨਾਮ ਸੀ ਤਿਆਗਮਲ। ਤੇ ਇਹਨਾਂ ਦੀ ਜਿਹੜੀ ਸਿੱਖਿਆ ਦਾ ਪ੍ਰਬੰਧ ਹੈ, ਜਿਹੜੀ ਇਹਨਾਂ ਨੇ ਸਿੱਖਿਆ ਜਿਹੜੀ ਗ੍ਰਹਿਣ ਕੀਤੀ ਹੈ ਉਹ ਕੀਤੀ ਹੈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਇਹਨਾਂ ਨੇ ਸਿੱਖਿਆ ਗ੍ਰਹਿਣ ਕੀਤੀ। ਉਸ ਦੇ ਵਿੱਚ ਅਸੀਂ ਦੇਖ ਲਈਏ ਕਿ ਪੰਜਾਬੀ, ਬ੍ਰਿਜ ਤੇ ਸੰਸਕ੍ਰਿਤ ਭਾਸ਼ਾਵਾਂ ਦਾ ਇਹਨਾਂ ਨੇ ਸਿੱਖਿਆ ਸੀ ਜਿਹੜੀ ਉਹ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਘੋੜਸਵਾਰੀ ਤੇ ਸ਼ਸਤਰ ਚਲਾਉਣ ਦੀ ਸਿੱਖਿਆ ਸੀ ਜਿਹੜੀ ਉਹ ਵੀ ਇਹਨਾਂ ਨੇ ਹਾਸਲ ਕੀਤੀ ਤੇ ਬਹੁਤ ਜ਼ਿਆਦਾ ਇਹਦੇ ਵਿੱਚ ਨਿਪੁੰਨਤਾ ਹਾਸਲ ਕੀਤੀ। ਅਸੀਂ ਗੁਰੂ ਹਰਗੋਬਿੰਦ ਜੀ ਦਾ ਟੌਪਿਕ ਜਦ ਕਰ ਰਹੇ ਸੀ ਉਸ ਟਾਈਮ ਅਸੀਂ ਕਰਤਾਰਪੁਰ ਦੀ ਲੜਾਈ ਦਾ ਜ਼ਿਕਰ ਕੀਤਾ ਸੀ। ਤਾਂ ਕਹਿੰਦੇ ਆ ਕਿ ਕਰਤਾਰਪੁਰ ਦੀ ਲੜਾਈ ਦੇ ਵਿੱਚ ਇਹਨਾਂ ਨੇ ਬਹੁਤ ਬਹਾਦਰੀ ਤੇ ਜੌਹਰ ਦਿਖਾਏ ਸੀ, ਜਿਸ ਦੇ ਕਾਰਨ ਇਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਜੀ ਨੇ ਇਹਨਾਂ ਦਾ ਜਿਹੜਾ ਨਾਮ ਸੀ
ਉਹ ਤਿਆਗਮਲ ਤੋਂ ਬਦਲ ਕੇ ਤੇਗ ਬਹਾਦਰ ਹੈ ਜਿਹੜਾ ਉਹ ਰੱਖ ਦਿੱਤਾ ਸੀ। ਇਸ ਦੇ ਨਾਲ ਅਗਰ ਕੁਐਸਚਨ ਪੁੱਛ ਲਿਆ ਜਾਵੇ ਕਿ ਇਹਨਾਂ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ ਕਿਉਂ ਪਿਆ, ਤਾਂ ਕਰਤਾਰਪੁਰ ਦੀ ਲੜਾਈ ਦੇ ਸਮੇਂ ਇਹਨਾਂ ਨੇ ਬਹਾਦਰੀ ਦੇ ਜ਼ੋਰ ਦਿਖਾਏ, ਜਿਸ ਦੇ ਕਾਰਨ ਇਹਨਾਂ ਦਾ ਨਾਮ ਹੈ ਜਿਹੜਾ ਉਹ ਤਿਆਗਮਲ ਤੋਂ ਬਦਲ ਕੇ ਤੇਗ ਬਹਾਦਰ ਜੀ ਰੱਖ ਦਿੱਤਾ ਗਿਆ। ਇਹ ਜ਼ਿਆਦਾਤਰ ਸਮਾਂ ਅਕਾਲ ਪੁਰਖ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਸੀ। ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਹੈ ਇਹਨਾਂ ਦਾ ਵਿਆਹ। ਤਾਂ ਵਿਆਹ ਇਹਨਾਂ ਦਾ ਹੋਇਆ ਹੈ ਗੁਜਰੀ ਜੀ ਨਾਲ। ਵਿਆਹ ਇਹਨਾਂ ਦਾ ਗੁਜਰੀ ਜੀ ਨਾਲ ਹੋਇਆ ਤੇ ਗੁਜਰੀ ਜੀ ਕਿੱਥੋਂ ਦੇ ਰਹਿਣ ਵਾਲੇ ਸੀ? ਇਹ ਕਰਤਾਰਪੁਰ ਨਿਵਾਸੀ ਗੁਜਰੀ ਜੀ ਸੀ ਜਿਹੜੇ ਇਹ ਕਰਤਾਰਪੁਰ ਨਿਵਾਸੀ ਲਾਲ ਚੰਦ ਦੀ ਸੁਪੁੱਤਰੀ ਸੀ। ਲਾਲ ਚੰਦ ਦੀ ਸੁਪੁੱਤਰੀ ਸੀ ਗੁਜਰੀ ਜੀ, ਜਿਨ੍ਹਾਂ ਦੇ ਨਾਲ ਇਹਨਾਂ ਦਾ ਵਿਆਹ ਹੋਇਆ ਤੇ 1666 ਦੇ ਵਿੱਚ 1666 ਈਸਵੀ ਦੇ ਵਿੱਚ ਇਹਨਾਂ ਦੇ ਘਰ ਇੱਕ ਈਸਵੀ ਵਿੱਚ ਇਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ, ਜਿਸ ਦਾ ਨਾਮ ਗੋਬਿੰਦ ਰਾਏ ਜਾਂ ਅਸੀਂ ਕਹਿ ਸਕਦੇ ਹਾਂ ਗੋਬਿੰਦ ਦਾਸ ਰੱਖਿਆ ਗਿਆ, ਜੋ ਅੱਗੇ ਚੱਲ ਕੇ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਕਹਾਉਣਗੇ ਤੇ 10ਵੇਂ ਗੁਰਗੱਦੀ ਦੇ ਉੱਤੇ ਉਹ ਵੀ ਬੈਠਣਗੇ। ਤਾਂ ਇਸ ਤੋਂ ਬਾਅਦ ਦੇ ਵਿੱਚ ਅਸੀਂ ਦੇਖੀਏ ਕਿ ਗੁਰੂ ਤੇਗ ਬਹਾਦਰ ਜੀ ਹੈ ਜਿਹੜੇ, ਇਹਨਾਂ ਦਾ ਜਿਹੜਾ ਜ਼ਿਆਦਾ ਸਮਾਂ ਹੈ ਉਹਨਾਂ ਨੇ ਬਕਾਲਾ ਵਿਖੇ ਨਿਵਾਸ ਕੀਤਾ। ਇਹਨਾਂ ਨੇ ਜ਼ਿਆਦਾਤਰ ਬਕਾਲਾ ਵਿਖੇ ਨਿਵਾਸ ਕੀਤਾ ਆਪਣੀ ਜ਼ਿੰਦਗੀ ਦੇ ਤਕਰੀਬਨ ਕਹਿ ਸਕਦੇ ਹੋ 20 ਸਾਲ। 1645 ਤੋਂ ਲੈ ਕੇ 64 ਤੱਕ ਲਗਭਗ 19-20 ਸਾਲ ਦਾ ਜਿਹੜਾ ਸਮਾਂ ਰਹਿੰਦਾ ਹੈ ਉਹ ਇਹ ਬਕਾਲਾ ਵਿਖੇ ਰਹੇ। ਤਾਂ ਇਹਨਾਂ ਨੇ ਆਪਣੇ ਘਰ ਦੇ ਵਿੱਚ ਇੱਥੇ ਇੱਕ ਭੋਰਾ ਬਣਾਇਆ ਹੋਇਆ ਸੀ ਤੇ ਭੋਰੇ ਦੇ ਵਿੱਚ ਇਹ ਅਕਾਲ ਪੁਰਖ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਸੀ, ਜਾਂ ਪਰਮਾਤਮਾ ਦੀ ਭਗਤੀ ਹੈ ਜਿਹੜੀ ਉਹ ਕਰਦੇ ਰਹਿੰਦੇ ਸੀ ਤੇ ਇਹਨਾਂ ਨੂੰ ਬਾਹਰੀ ਦੁਨੀਆ ਨਾਲ ਜ਼ਿਆਦਾ ਕੋਈ ਲਗਾਵ ਹੈ ਜਿਹੜਾ ਉਹ ਨਹੀਂ ਸੀ। ਤਾਂ ਇਸ ਤੋਂ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਗੁਰਗੱਦੀ ਦੀ ਪ੍ਰਾਪਤੀ ਹੈ ਜਿਹੜੀ ਇਹਨਾਂ ਨੂੰ ਕਿਸ ਤਰ੍ਹਾਂ ਹੁੰਦੀ ਹੈ। ਗੁਰਗੱਦੀ ਦੀ ਪ੍ਰਾਪਤੀ ਤਾਂ ਦੇਖੋ, ਅਸੀਂ ਪਿਛਲੇ ਲੈਕਚਰ ਦੇ ਵਿੱਚ ਪਹਿਲਾਂ ਵੀ ਗੱਲ ਕਰੀ ਸੀ ਤੇ ਗੁਰੂ ਹਰਕ੍ਰਿਸ਼ਨ ਜੀ ਵਾਲੇ ਟੌਪਿਕ ਦੇ ਜਦੋਂ ਅਸੀਂ ਕਰ ਰਹੇ ਸੀ ਤਾਂ ਉਸ ਦੇ ਵਿੱਚ ਗੱਲ ਕਰੀ ਸੀ ਕਿ ਜਦੋਂ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾਈ ਤਾਂ ਉਹਨਾਂ ਕੋਲ ਇੰਨਾ ਸਮਾਂ ਨਹੀਂ ਸੀ ਕਿ ਉਹ ਸਿੱਖਾਂ ਦੇ ਅਗਲੇ ਗੁਰੂ ਹੈ ਜਿਹੜਾ ਉਸ ਨੂੰ ਗੁਰਗੱਦੀ ਹੈ ਜਿਹੜੀ ਸੌਂਪ ਸਕਣ। ਤਾਂ ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਿੱਖਾਂ ਦਾ ਅਗਲਾ ਗੁਰੂ ਕੌਣ ਹੋਏਗਾ, ਤਾਂ ਉਹਨਾਂ ਨੇ ਸਿਰਫ ਇਹਨਾਂ ਕਿਹਾ ਕਿ ਬਾਬਾ ਬਕਾਲਾ। ਤਾਂ ਇਸ ਦੇ ਇਤਿਹਾਸਕਾਰ ਅਲੱਗ-ਅਲੱਗ ਮਤਲਬ ਲੈਂਦੇ ਹੈ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਹਨਾਂ ਦਾ ਕਹਿਣਾ ਸੀ ਕਿ ਬਕਾਲਾ ਦੇ ਵਿੱਚ ਸਿੱਖਾਂ ਦਾ ਅਗਲਾ ਗੁਰੂ ਮਿਲੇਗਾ ਜੋ ਰਿਸ਼ਤੇ ਵਿੱਚ ਉਹਨਾਂ ਦਾ ਬਾਬਾ ਲੱਗੇਗਾ, ਜਾਂ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਹਨਾਂ ਦਾ ਕਹਿਣਾ ਸੀ ਕਿ ਅਗਲਾ ਬਾਬਾ ਭਾਵ ਅਗਲਾ ਜੋ ਗੁਰੂ ਹੈ ਉਹ ਬਕਾਲਾ ਵਿਖੇ ਮਿਲੇਗਾ। ਤਾਂ ਇਸ ਤਰ੍ਹਾਂ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਕਿ ਅਗਲੀ ਗੁਰਗੱਦੀ ਹੈ ਜਿਹੜੀ ਉਹ ਬਾਬਾ ਬਕਾਲਾ ਨਾਮ ਦੇ ਕਹਿ ਕੇ ਉਹ ਜੋਤੀ ਜੋਤ ਸੀ ਜਿਹੜੇ ਸਮਾ ਗਏ। ਤਾਂ ਅੱਗੇ ਕੀ ਹੁੰਦਾ ਇਸ ਦੇ ਨਾਲ ਰਿਲੇਟਡ ਇੱਕ ਸਟੋਰੀ ਹੈ ਕਿ ਜਦੋਂ ਬਕਾਲੇ ਵਿਖੇ ਖਬਰ ਪਹੁੰਚਦੀ ਹੈ ਤਾਂ ਕਹਿੰਦੇ ਉੱਥੇ 22 ਜਿਹੜੇ ਗੁਰੂ ਸੀ ਉਹ ਆਪੋ ਆਪਣੀਆਂ 22 ਸੋਢੀ ਆਪੋ ਆਪਣੀਆਂ ਗੁਰਗੱਦੀਆਂ ਲਗਾ ਕੇ ਬੈਠ ਗਏ, ਆਪਣੇ ਆਪ ਨੂੰ ਗੁਰੂ ਹੈ ਜਿਹੜਾ ਉਹ ਅਖਵਾਉਣ ਲੱਗੇ। ਤਾਂ ਅਜਿਹੇ ਸਮੇਂ ਦੇ ਉੱਤੇ ਅਸਲੀ ਗੁਰੂ ਦੀ ਜਿਹੜੀ ਚੋਣ ਸੀ ਉਹ ਮੱਖਣ ਸ਼ਾਹ ਲਵਾਣਾ ਕਰਦਾ ਹੈ। ਮੱਖਣ ਸ਼ਾਹ ਲਵਾਣਾ ਇਸਨੇ ਇੱਕ ਸਿੱਖ ਸੀ ਤੇ ਵਪਾਰੀ ਸੀ। ਮੱਖਣ ਸ਼ਾਹ ਲਵਾਣਾ ਸੀ ਜਿਹੜਾ ਇੱਕ ਵਪਾਰੀ ਸੀ। ਕਹਿੰਦੇ ਇਸਨੇ ਅਸਲੀ ਗੁਰੂ ਨੂੰ ਜਿਹੜਾ ਲੱਭਿਆ ਸੀ ਕਿਉਂਕਿ ਆਪਣੀ ਮੰਨਤ ਦੇਣ ਆਇਆ ਸੀ। ਤਾਂ 500 ਮੋਹਰਾਂ ਸੀ ਜਿਹੜੀਆਂ ਇਹ ਭੇਟ ਕਰਨ ਆਇਆ ਸੀ, ਪਰ ਜਦੋਂ ਇਹ ਉੱਥੇ ਪਹੁੰਚਿਆ ਤਾਂ ਇਹਨੇ ਦੇਖਿਆ ਕਿ 22 ਗੁਰੂ
बैठिया तां इसने दो दो मूहरां सी जिहड़ियां सारे गुरुआं दे अगे रखणियां शुरू करतियां। पर जदों ये गुरु तेग बहादुर जी अगे पहुंचिया ते दो मूहरां रखियां तां गुरु जी ने कहा कि विपता दे समय तां तूं 500 मूहरां दा वादा कीता सी, हुण दो क्यों? देखो इसका कोई इतिहासिक जिहड़ा प्रूफ आपां एक साखियां दे उत्ते ही निर्भर करदे हां। ये घटना वाकई वापरी, इसका साइंटिफिक कोई वैसे नहीं बनता हैगा। तो इस तरह इतिहास है जिहड़ा वो सानूं दसदा है कि इस तरह गुरु तेग बहादुर जी नूं गुरगद्दी की प्राप्ति हुई। तो कई बार साडे तो पुछ लिया जाता कि मक्खन शाह ने किहड़े शब्द ने जिहड़े वो कहे, तो उसने कहा सी गुरु ला दो रे, गुरु ला दो रे। ते 1664 ईस्वी दे विच 1664 ईस्वी दे विच गुरु तेग बहादुर जी नूं गुरगद्दी है जिहड़ी उसकी प्राप्ति हुई है। ते 1675 ईस्वी तक गुरगद्दी के उत्ते विराजमान रहिंदे है। तो 1664 ईस्वी दे विच गुरु जी गुरगद्दी के उत्ते बैठदे है। तो गुरगद्दी के उत्ते बैठण तो बाद इन्होंने अपनी यात्रावां सी जिहड़ियां ओह शुरू कीतियां। तो अपनी यात्रावां दे विच कित्थे कित्थे जांदे है, सब तो पहला इन्होंने पंजाब दे विच यात्रावां सी जिहड़ियां ओह शुरू कीतियां। असीं करिए यात्रावां, तो असीं कर रहे हैं जी यात्रावां। 1664 ईस्वी दे विच जदों गुरु जी गुरगद्दी ते विराजमान होए तो उन्होंने यात्रावां सी जिहड़ियां शुरू करियां। सब तो पहला पंजाब दे विच उन्होंने अपनी यात्रावां सी जिहड़ियां शुरू कीतियां। तो पंजाब दे विच सब तो पहला वो कित्थे जांदे है, तो सब तो पहला वो बाबा बकाला तो चले जाते हैं अमृतसर। बाबा बकाला तो अमृतसर ये फैक्ट है जिहड़ा इंपोर्टेंट रहिंदा है, क्योंकि ये जिस टाइम ये अमृतसर जाते हैं तो इस टाइम अमृतसर के उत्ते हरजी मीना दा कब्जा सी। हरजी मीना दा कब्जा सी। हरजी मीना कौन सी? प्रीति चंद दा पोतरा सी। इसका अमृतसर के उत्ते कब्जा सी। तो जो गुरु जी अमृतसर पहुंचे तो इसने हरमंदर साहब के जिहड़े दरवाजे सी वो बंद करवा दिते, जिसके कारण गुरु जी नूं काफ़ी निराशा सी जिहड़ी हुई। ते कहंदे तां गुरु जी अकाल तख्त साहिब के नेड़े एक रुख के थल्ले जा विराजे। उस जगह के उत्ते अजकल गुरुद्वारा जिहड़ा थंम साहब है वो जां थड़ा साहब बोल दिंदे आ वो बनिया होया है। तो उस तो बाद दे विच एक होर साडे कोल इंपोर्टेंट फैक्ट रहिंदा है यात्रावां दे विच, वो है कि जदों गुरु जी जांदे अपने कुके वाली पिंड, कुके वाली पिंड जद जाते हैं तो इत्थे बहुत सारे रुख सी इस पिंड दे विच। तो इसका जिहड़ा नाम है वो बदल के गुरु जी ने गुरु का बाग है जिहड़ा वो रख दिता सी। ये काफ़ी इंपोर्टेंट रहिंदा है कि किस पिंड का नाम बदल के गुरु का बाग रखा गया। तो उसी पिंड साडे कोले कुके वाली पिंड है जिहड़ा इन्हां दी यात्रावां दे दौरान गुरु जी ने इसका नाम से जिहड़ा बदल के गुरु का बाग रख दिता सी। इस यात्रावां दे विच एक होर साडे कोले फैक्ट आ जांदा है तीसरा, वो है कि तरन ताਰਨ यात्रावां दे दौरान जो गुरु जी तरन ताਰਨ पहुंचते हैं तो तरन ताਰਨ का जिहड़ा उन्हां दा एक श्रद्धालु सी उसका नाम सी रघुपत राय चौधरी। रघुपत राय तो इसने गुरु जी नूं एक घोड़ी सी जिहड़ी वो भेंट की। गुरु जी नूं एक घोड़ी सी जिहड़ी वो भेंट की। ते इस तो बाद दे विच गुरु जी राणी चंपा दे सद्दे दे उत्ते, राणी चंपा दे सद्दे दे उत्ते चले जाते हैं जी बिलासपुर। बिलासपुर चले जाते हैं ते इत्थे गुरु जी 3 दिन ठहरे। तो इन्होंने राणी चंपा तो 500 रुपए दे विच एक जमीन खरीदी माखोवाल विखे। ते 1665 दे विच इत्थे एक नवां जिहड़ा नगर सी वो वसाया, जिसका नाम इन्होंने रखिया चक नानकी। तो 500 रुपए दे विच राणी चंपा तो यह जमीन खरीदी सी
ਤੇ ਬਾਅਦ ਵਿੱਚ ਇਹੀ ਸਥਾਨ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਊਗਾ। ਤਾਂ ਇਹ ਸੀ ਗੁਰੂ ਜੀ ਦੀਆਂ ਪੰਜਾਬ ਦੀਆਂ ਯਾਤਰਾਵਾਂ ਦੇ ਬਾਅਦ ਗੁਰੂ ਜੀ ਪੂਰਬੀ ਭਾਰਤ ਦੀਆਂ ਯਾਤਰਾਵਾਂ ਦੇ ਉੱਤੇ ਜਾਂਦੇ ਆ। ਪੂਰਬੀ ਭਾਰਤ, ਇਹਨਾਂ ਯਾਤਰਾਵਾਂ ਦੇ ਵਿੱਚ ਵੀ ਕਾਫੀ ਇੰਪੋਰਟੈਂਟ ਫੈਕਟ ਰਹਿੰਦੇ ਆ ਸਾਡੇ ਕੋਲ। ਤਾਂ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਜੀ ਪਹੁੰਚਦੇ ਆ ਤਮਤਾਨ, ਸੈਫਾਬਾਦ ਤੋਂ ਹੁੰਦੇ ਹੋਏ ਤਮਤਾਨ ਪਹੁੰਚਦੇ ਆ। ਤਾਂ ਇਸੇ ਸਮੇਂ ਔਰੰਗਜ਼ੇਬ ਹੈ ਜਿਹੜਾ, ਉਸ ਨੂੰ ਪਤਾ ਲੱਗਦਾ ਹੈ ਕਿ ਸਿੱਖ ਧਰਮ ਹੈ ਜਿਹੜਾ ਬਹੁਤ ਜ਼ਿਆਦਾ ਵਿਸਤਾਰ ਕਰ ਰਿਹਾ ਹੈ ਤੇ ਉਹ ਇਹ ਚੀਜ਼ ਨੂੰ ਸਹਿਣ ਨਹੀਂ ਕਰ ਪਾਉਂਦਾ। ਤਾਂ ਉਹ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਆਲਮ ਖਾਂ ਰੋਹਿਲਾ ਨੂੰ ਤਮਤਾਨ ਭੇਜਦਾ। ਇਹ ਨਾਮ ਕਾਫੀ ਇੰਪੋਰਟੈਂਟ ਹੈ, ਇਸ ਨੂੰ ਨੋਟ ਕਰਿਓ। ਆਲਮ ਖਾਂ ਰੋਹਿਲਾ, ਆਲਮ ਖਾਂ ਰੋਹਿਲਾ ਨੂੰ ਤਮਤਾਨ ਭੇਜਿਆ ਜਾਂਦਾ ਹੈ ਤੇ ਉਹ ਕੀ ਕਰਦਾ ਹੈ ਕਿ ਗੁਰੂ ਜੀ ਨੂੰ ਨਵੰਬਰ 1665 ਈਸਵੀ ਨੂੰ ਗੁਰੂ ਜੀ ਨੂੰ ਗ੍ਰਿਫਤਾਰ ਕਰ ਲੈਂਦਾ ਹੈ ਤੇ ਗ੍ਰਿਫਤਾਰ ਕਰਕੇ ਗੁਰੂ ਜੀ ਨੂੰ ਕਿੱਥੇ ਲਿਜਾਇਆ ਜਾਂਦਾ ਹੈ? ਦਿੱਲੀ। ਦਿੱਲੀ ਗੁਰੂ ਜੀ ਨੂੰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਪਰੰਤੂ ਇਸ ਸਮੇਂ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਰਾਜਾ ਰਾਮ ਸਿੰਘ ਹੈ। ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਰਾਜਾ ਰਾਮ ਸਿੰਘ ਦੇ ਕਹਿਣ ਦੇ ਉੱਤੇ ਰਾਜਾ ਰਾਮ ਸਿੰਘ ਦਾ ਕਹਿਣ ਦੇ ਉੱਤੇ ਔਰੰਗਜ਼ੇਬ ਹੈ ਜਿਹੜਾ ਗੁਰੂ ਜੀ ਨੂੰ ਮਾਫ ਕਰ ਦਿੰਦਾ ਹੈ, ਕਿਉਂਕਿ ਰਾਜਾ ਰਾਮ ਸਿੰਘ ਕਹਿੰਦਾ ਹੈ ਕਿ ਔਰੰਗਜ਼ੇਬ ਇੱਕ ਬਾਦਸ਼ਾਹ ਹੈ ਤੇ ਸੰਤਾਂ ਨੂੰ ਸਜ਼ਾ ਦੇਣਾ ਉਸਨੂੰ ਸ਼ੋਭਾ ਨਹੀਂ ਦਿੰਦਾ। ਤਾਂ ਜਿਹੜਾ ਔਰੰਗਜ਼ੇਬ ਹੈ ਉਹ ਰਾਜਾ ਰਾਮ ਸਿੰਘ ਦੀ ਗੱਲ ਮੰਨ ਲੈਂਦਾ ਹੈ ਤੇ ਗੁਰੂ ਜੀ ਨੂੰ ਰਿਹਾ ਕਰ ਦਿੰਦਾ ਹੈ। ਤਾਂ ਇਸ ਤੋਂ ਬਾਅਦ ਦੇ ਵਿੱਚ ਗੁਰੂ ਜੀ ਆਪਣੀਆਂ ਯਾਤਰਾਵਾਂ ਨੇ ਜਿਹੜੀਆਂ ਉਹ ਅੱਗੇ ਚੱਲਦੇ ਆ, ਜਿਸ ਦੇ ਵਿੱਚ ਉਹ ਮਥੁਰਾ ਤੇ ਵਰਿੰਦਾਵਨ ਹੁੰਦੇ ਹੋਏ ਉਸ ਤੋਂ ਬਾਅਦ ਦੇ ਵਿੱਚ ਉਹ ਪਹੁੰਚ ਜਾਂਦੇ ਆ ਜੀ ਆਗਰਾ। ਆਗਰਾ ਦੇ ਨਾਲ ਸੰਬੰਧਿਤ ਪ੍ਰਸ਼ਨ ਕਈ ਵਾਰ ਪੁੱਛ ਲਿਆ ਜਾਂਦਾ ਹੈ ਕਿ ਆਗਰਾ ਦੇ ਵਿੱਚ ਗੁਰੂ ਜੀ ਕਿੱਥੇ ਠਹਿਰੇ ਸੀ। ਤਾਂ ਉਹ ਆਪਣੇ ਇੱਕ ਸ਼ਰਧਾਲੂ ਮਾਈ ਜੱਸੀ ਜੀ ਦੇ ਘਰ ਠਹਿਰੇ ਸੀ। ਤਾਂ ਇਸ ਤੋਂ ਬਾਅਦ ਦੇ ਵਿੱਚ ਗੁਰੂ ਜੀ ਆਗਰਾ ਤੋਂ ਬਾਅਦ ਦੇ ਵਿੱਚ ਚਲੇ ਜਾਂਦੇ ਆ ਪ੍ਰਯਾਗ। ਤਾਂ ਪ੍ਰਯਾਗ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੈ ਜਿਹੜੀ ਉਹ ਸਾਧੂਆਂ ਤੇ ਜੋਗੀਆਂ ਨਾਲ ਹੁੰਦੀ ਹੈ। ਸਾਧੂਆਂ ਤੇ ਜੋਗੀਆਂ ਦੇ ਨਾਲ ਹੁੰਦੀ ਹੈ ਤੇ ਗੁਰੂ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਹੈ ਤੇ ਇੱਕ ਸ਼ਬਦ ਦਾ ਉਚਾਰਨ ਕਰਦੇ ਹੈ, ਸਾਧੋ मन का मान त्यागो, साधो मन का मान त्यागो, साधो मन का मान त्यागो। ਇਹ ਸ਼ਬਦ ਨੇ ਜਿਹੜੇ ਗੁਰੂ ਜੀ ਇੱਥੇ ਉਚਾਰਦੇ ਹੈ। ਤੇ ਗੁਰੂ ਜੀ ਪ੍ਰਯਾਗ ਦੇ ਵਿੱਚ ਹੀ ਜਿੱਥੇ ਠਹਿਰਦੇ ਹੈ ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਪੱਕਾ ਸੰਗਤ ਨਾਂ ਦਾ ਗੁਰਦੁਆਰਾ ਜਿਹੜਾ ਉਹ ਬਣਿਆ ਹੋਇਆ ਹੈ। ਤਾਂ ਇਸ ਤੋਂ ਬਾਅਦ ਦੇ ਵਿੱਚ ਗੁਰੂ ਜੀ ਪ੍ਰਯਾਗ ਤੋਂ ਬਨਾਰਸ ਚਲੇ ਜਾਂਦੇ ਹੈ। ਬਨਾਰਸ ਤੋਂ ਬਾਅਦ ਦੇ ਵਿੱਚ ਸਸਰਾਮ, ਪਟਨਾ, ਮੁੰਗੇਰ, ਇਹਨਾਂ ਸਭ ਜਗ੍ਹਾ ਦੇ ਉੱਤੇ ਗੁਰੂ ਜੀ ਕੀ ਕਰਦੇ ਹੈ? ਸਿੱਖ ਧਰਮ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ ਤੇ ਪਰਮਾਤਮਾ ਦੇ ਨਾਮ ਦਾ ਜਿਹੜਾ ਉਪਦੇਸ਼ ਹੈ ਉਹ ਦਿੰਦੇ ਹੈ। ਤਾਂ ਇੱਥੋਂ ਚਲਦੇ ਚਲਦੇ ਗੁਰੂ ਜੀ ਢਾਕਾ ਹੁੰਦੇ ਹੋਏ ਅਸਾਮ ਪਹੁੰਚ ਜਾਂਦੇ ਆ, ਕਿਉਂਕਿ ਉਸ ਸਮੇਂ ਦੇ ਵਿੱਚ ਮੰਨਿਆ ਜਾਂਦਾ ਸੀ ਕਿ ਜਿਹੜਾ ਅਸਾਮ ਹੈ, ਅਸਾਮ ਦੇ ਲੋਕ ਨੇ ਜਿਹੜੇ ਜਾਦੂ ਟੂਣੇ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਾਹਰ ਨੇ ਤੇ ਗੁਰੂ ਜੀ ਆਪਣੇ ਉਪਦੇਸ਼ ਦਿੰਦੇ ਆ ਉਹਨਾਂ ਨੂੰ ਕਿ ਜਾਦੂ ਟੂਣੇ ਨੇ ਜਿਹੜੇ ਸਭ ਵਹਿਮ ਹੈ। ਤਾਂ ਗੁਰੂ ਜੀ ਇੱਥੇ ਜਾਂਦੇ ਆ ਤੇ ਕਾਫੀ ਸ਼ਰਧਾਲੂ ਨੇ ਜਿਹੜੇ ਉਹਨਾਂ ਦੇ ਦਰਸ਼ਨਾਂ ਦੇ ਵਾਸਤੇ ਆਉਂਦੇ ਹੈ। ਤਾਂ ਇਸ ਤੋਂ ਬਾਅਦ ਦੇ ਵਿੱਚ ਗੁਰੂ ਜੀ ਮਾਲਵਾ ਤੇ ਬੰਗਰ ਪ੍ਰਦੇਸ਼ ਦੀਆਂ ਕੁਝ ਯਾਤਰਾਵਾਂ ਜਿਹੜੀਆਂ ਕਰਦੇ ਆ। ਤਾਂ ਇਹ ਸਮਾਂ ਜਿਹੜਾ 1673 ਈਸਵੀ ਦਾ ਰਹਿੰਦਾ ਹੈ ਤੇ ਇਸ ਯਾਤਰਾਵਾਂ ਦੇ ਦੌਰਾਨ ਵੀ ਉਹ ਸਿੱਖ ਧਰਮ ਦੀਆਂ ਸਿੱਖਿਆਵਾਂ ਨੇ ਜਿਹੜੀਆਂ ਉਹਨਾਂ ਦਾ ਉਪਦੇਸ਼ ਹੈ ਜਿਹੜਾ ਦਿੰਦੇ ਆ ਅਲੱਗ-ਅਲੱਗ ਜਗ੍ਹਾ ਦੇ ਉੱਤੇ।
ਤਾਂ ਇਸ ਤੋਂ ਬਾਅਦ ਦੇ ਵਿੱਚ ਸਾਡੇ ਕੋਲ ਇੱਕ ਮੇਨ ਜਿਹੜਾ ਸਭ ਤੋਂ ਮੇਨ ਇਸ ਟੌਪਿਕ ਦਾ ਜਿਹੜਾ ਮੇਨ ਫੈਕਟ ਰਹਿ ਜਾਂਦਾ ਉਹ ਰਹਿ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ। ਗੁਰੂ ਜੀ ਦੀ ਸ਼ਹੀਦੀ। ਗੁਰੂ ਜੀ ਦੀ ਸ਼ਹੀਦੀ ਹੈ ਜਿਹੜੀ 1675 ਈਸਵੀ ਦੇ ਵਿੱਚ ਹੁੰਦੀ ਹੈ। ਇਸ ਦੇ ਲਈ ਕਾਫੀ ਸਾਰੇ ਜਿਹੜੇ ਫੈਕਟ ਸੀ ਉਹ ਜ਼ਿੰਮੇਵਾਰ ਸੀ। ਗੁਰੂ ਜੀ ਨੂੰ ਸ਼ਹੀਦ ਕਿਉਂ ਕੀਤਾ ਗਿਆ, ਇਸ ਦੇ ਪਿੱਛੇ ਕਾਫੀ ਜ਼ਿਆਦਾ ਕਾਰਨ ਰਹੇ ਹੈ, ਤਾਂ ਅਸੀਂ ਉਹਨਾਂ ਦੇ ਉੱਤੇ ਥੋੜਾ ਇੱਕ ਬਰੀਫ ਜੇ ਦੇਖ ਲੈਂਦੇ ਹਾਂ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਲਈ ਕੋਈ ਇੱਕ ਕਾਰਨ ਜ਼ਿੰਮੇਵਾਰ ਨਹੀਂ ਸੀ। ਜਿਵੇਂ ਕਿ ਸਾਨੂੰ ਪਤਾ ਹੀ ਹੈ 1605 ਈਸਵੀ ਤੋਂ ਬਾਅਦ ਦਾ ਸਮਾਂ ਜਿਹੜਾ ਉਹ ਇੱਕ ਸਿੱਖ ਮੁਗਲ ਜਿਹੜਾ ਸੰਘਰਸ਼ ਦਾ ਜਿਹੜਾ ਸਮਾਂ ਰਿਹਾ ਹੈ ਤੇ ਉਸ ਦੇ ਵਿੱਚ ਸੰਬੰਧ ਨੇ ਜਿਹੜੇ ਉਹ ਸੁਧਰਦੇ ਤੇ ਵਿਗੜਦੇ ਰਹੇ। ਤਾਂ ਕਾਫੀ ਜ਼ਿਆਦਾ ਕਾਰਨ ਸੀ। ਸਭ ਤੋਂ ਪਹਿਲਾਂ ਤਾਂ ਮੇਨ ਜੇ ਅਸੀਂ ਕਾਰਨ ਦੇਖੀਏ ਤਾਂ ਉਹ ਸੀ ਔਰੰਗਜ਼ੇਬ। ਔਰੰਗਜ਼ੇਬ ਹੈ ਜਿਹੜਾ ਇਹ ਸਿਰਫ ਤੇ ਸਿਰਫ ਇਸਲਾਮ ਧਰਮ ਚਾਹੁੰਦਾ ਸੀ ਕਿ ਪੂਰੀ ਦੁਨੀਆ ਦੇ ਵਿੱਚ ਜਾਂ ਜਿੱਥੇ ਵੀ ਉਸਦਾ ਰਾਜ ਹੈ ਉੱਥੇ ਇਸਲਾਮ ਧਰਮ ਨੂੰ ਹੀ ਫੈਲਾਇਆ ਜਾਵੇ, ਉੱਥੇ ਸਿਰਫ ਇੱਕੋ ਧਰਮ ਹੋਵੇ, ਇਸਲਾਮ ਧਰਮ। ਇਸ ਲਈ ਉਹ ਕਿਸੇ ਹੋਰ ਧਰਮ ਨੂੰ ਪ੍ਰਫੁੱਲਿਤ ਹੁੰਦਾ ਨਹੀਂ ਦੇਖ ਸਕਦਾ ਸੀ। ਦੂਸਰਾ ਸੀ ਨਕਸ਼ਬੰਦੀ। ਜਿਹੜੇ ਨਕਸ਼ਬੰਦੀ ਸੀ ਇੱਕ ਸੰਪਰਦਾ ਹੀ ਸੀ, ਸੁੰਨੀ ਸੰਪਰਦਾ ਸੀ ਇਸਲਾਮ ਧਰਮ ਦੀ। ਤਾਂ ਇਹਨਾਂ ਦਾ ਔਰੰਗਜ਼ੇਬ ਤੇ ਕਾਫੀ ਜ਼ਿਆਦਾ ਪ੍ਰਭਾਵ ਸੀ। ਤਾਂ ਨਕਸ਼ਬੰਦੀ ਵੀ ਚਾਹੁੰਦੇ ਸੀ ਕਿ ਭਾਰਤ ਦੇ ਵਿੱਚ ਇਕੱਲਾ ਇਸਲਾਮ ਧਰਮ ਹੈ ਜਿਹੜਾ ਉਹੀ ਫੈਲੇ, ਤੇ ਉਹ ਔਰੰਗਜ਼ੇਬ ਨੂੰ ਸਿੱਖ ਧਰਮ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਭੜਕਾਉਂਦੇ ਰਹਿੰਦੇ ਸੀ। ਤਾਂ ਜੇ ਅਸੀਂ ਦੇਖੀਏ ਤਾਂ ਇਸ ਦਾ ਜਿਹੜਾ ਤਤਕਾਲੀ ਕਾਰਨ ਬਣਿਆ ਤਾਂ ਉਹ ਸੀ ਜੀ ਕਸ਼ਮੀਰੀ ਪੰਡਤ। ਕਸ਼ਮੀਰੀ ਪੰਡਤ। ਇਸ ਪੁਆਇੰਟ ਦੇ ਵਿੱਚੋਂ ਕਾਫੀ ਕੁਐਸਚਨ ਨੇ ਜਿਹੜੇ ਉਹ ਤੁਹਾਡੇ ਤੋਂ ਪੁੱਛੇ ਜਾ ਸਕਦੇ ਹੈ। ਇਸ ਨੂੰ ਜਰਾ ਧਿਆਨ ਨਾਲ ਸੁਣਨਾ ਤੇ ਨੋਟ ਵੀ ਕਰ ਲੈਣਾ। ਤਾਂ ਔਰੰਗਜ਼ੇਬ ਨੇ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਉਣ ਦੇ ਲਈ ਤਾਂ ਕਸ਼ਮੀਰ ਦਾ ਜਿਹੜਾ ਗਵਰਨਰ ਸੀ ਉਹ ਬਣਾਇਆ ਸ਼ੇਰ ਅਫਗਾਨ ਨੂੰ। ਸ਼ੇਰ ਅਫਗਾਨ ਨੂੰ ਕਸ਼ਮੀਰ ਦਾ ਗਵਰਨਰ ਬਣਾਇਆ ਗਿਆ ਤੇ ਉਹਨੂੰ ਸਖਤ ਉਦੇਸ਼ ਦਿੱਤਾ ਗਿਆ ਕਿ ਹਰ ਤਰੀਕੇ ਦੇ ਨਾਲ ਜਿਹੜੇ ਕਸ਼ਮੀਰੀ ਪੰਡਤ ਨੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ, ਇਸਲਾਮ ਧਰਮ ਕਬੂਲ ਕਰਨ ਦੇ ਲਈ ਮਜਬੂਰ ਕੀਤਾ ਜਾਵੇ। ਤਾਂ ਇਹਨਾਂ ਨੂੰ ਬਚਣ ਦਾ ਕੋਈ ਰਸਤਾ ਨਾ ਦਿਖਿਆ ਤਾਂ ਇੱਕ 16 ਮੈਂਬਰਾਂ ਦਾ ਦਲ 16 ਮੈਂਬਰਾਂ ਦਾ ਦਲ, ਇਹ ਸਾਰੇ ਕਸ਼ਮੀਰੀ ਪੰਡਤ ਸੀ ਤੇ ਇਹਨਾਂ ਦੀ ਅਗਵਾਈ ਕਰ ਰਿਹਾ ਸੀ ਪੰਡਤ ਕਿਰਪਾ ਰਾਮ। ਇਹਨਾਂ ਦੀ ਅਗਵਾਈ ਪੰਡਤ ਕਿਰਪਾ ਰਾਮ ਕਰ ਰਿਹਾ ਸੀ ਤੇ ਇਹ ਪਹੁੰਚਦਾ ਹੀ 25 ਮਈ 1675। 25 ਮਈ 1675 ਈਸਵੀ ਨੂੰ ਗੁਰੂ ਜੀ ਕੋਲ ਪਹੁੰਚਿਆ। ਕਿੱਥੇ ਪਹੁੰਚਿਆ? ਚੱਕ ਨਾਨਕੀ, ਜਾਂ ਤੁਸੀਂ ਅਨੰਦਪੁਰ ਸਾਹਿਬ ਵੀ ਕਹਿ ਸਕਦੇ ਹੋ। ਚੱਕ ਨਾਨਕੀ ਜਾਂ ਅਨੰਦਪੁਰ ਸਾਹਿਬ। ਅਨੰਦਪੁਰ ਸਾਹਿਬ ਦਾ ਪੁਰਾਤਨ ਨਾਮ ਹੈ ਜਿਹੜਾ ਉਹ ਚੱਕ ਨਾਨਕੀ ਸੀ। ਤਾਂ ਗੁਰੂ ਜੀ ਕੋਲ ਆਏ ਤੇ ਇਹਨਾਂ ਨੇ ਆਪਣੀ ਵਿਖਿਆ ਦੱਸੀ ਕਿ ਸਾਡੇ ਉੱਤੇ ਇਸ ਤਰ੍ਹਾਂ ਜ਼ੁਲਮ ਹੋ ਰਿਹਾ ਹੈ। ਤਾਂ ਕਹਿੰਦੇ ਆ ਕਿ ਉਸ ਸਮੇਂ 9 ਵਰਿਆਂ ਦੇ ਬਾਲਕ ਸੀ ਗੋਬਿੰਦ ਰਾਏ ਜੀ। ਤਾਂ ਉਹਨਾਂ ਨੇ ਕਿਹਾ, ਜਦ ਗੁਰੂ ਜੀ ਕਹਿੰਦੇ ਆ ਕਿ ਇਸ ਸਮੇਂ ਕਿਸੇ ਮਹਾਨ ਪੁਰਸ਼ ਦੇ ਬਲਿਦਾਨ ਦੀ ਲੋੜ ਹੈ, ਤਾਂ ਗੋਬਿੰਦ ਰਾਏ ਜੀ ਨੇ ਕਿਹਾ ਕਿ ਤੁਹਾਡੇ ਤੋਂ ਜ਼ਿਆਦਾ ਮਹਾਨ ਕੌਣ ਹੋ ਸਕਦਾ ਹੈ। ਤਾਂ ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਸ਼ੇਰ ਅਫਗਾਨ ਨੂੰ ਕਹੋ ਕਿ ਅਗਰ ਉਹ ਗੁਰੂ ਜੀ ਨੂੰ ਮੁਸਲਿਮ ਬਣਾ ਲਵੇ, ਇਸਲਾਮ ਧਰਮ ਕਬੂਲ ਕਰਨ ਲਈ ਮਨਾ ਲਵੇ, ਤਾਂ ਅਸੀਂ ਆਪਣੇ ਆਪ ਇਸਲਾਮ ਧਰਮ ਨੂੰ ਕਬੂਲ ਕਰ ਲਵਾਂਗੇ। ਤਾਂ ਇਸ ਤੋਂ ਬਾਅਦ ਦੇ ਵਿੱਚ ਗੁਰੂ ਜੀ ਦਿੱਲੀ ਵੱਲ ਨੂੰ ਚੱਲ ਪਏ। ਤਾਂ ਇਸ ਸਮੇਂ ਗੁਰੂ ਜੀ ਦੇ ਨਾਲ ਉਹਨਾਂ ਦੇ 3 ਸਾਥੀ ਸੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ।
ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ। ਤਾਂ ਇਹ 11 ਜੁਲਾਈ 1675 ਈਸਵੀ ਨੂੰ ਅਨੰਦਪੁਰ ਸਾਹਿਬ ਤੋਂ ਦਿੱਲੀ ਲਈ ਚੱਲ ਪਏ, ਪਰੰਤੂ ਰਸਤੇ ਦੇ ਵਿੱਚ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ 4 ਮਹੀਨੇ ਤੱਕ ਇਹਨਾਂ ਨੂੰ ਕੈਦ ਰੱਖਿਆ ਗਿਆ। 4 ਮਹੀਨੇ ਤੱਕ ਕੈਦ ਰੱਖਿਆ ਗਿਆ। ਕੈਦ ਕਿੱਥੇ ਰੱਖਿਆ ਜਾਂਦਾ ਇਹਨਾਂ ਨੂੰ? ਸਰਹੰਦ ਦੇ ਜੇਲ੍ਹ ਖਾਨੇ ਦੇ ਵਿੱਚ ਇਹਨਾਂ ਨੂੰ ਕੈਦ ਰੱਖਿਆ ਗਿਆ ਤੇ ਔਰੰਗਜ਼ੇਬ ਦੇ ਹੁਕਮ ਦੇ ਉੱਤੇ 6 ਨਵੰਬਰ 1675 ਈਸਵੀ ਨੂੰ ਇਹਨਾਂ ਨੂੰ ਦਿੱਲੀ ਪਹੁੰਚਾਇਆ ਗਿਆ। ਤਾਂ ਔਰੰਗਜ਼ੇਬ ਨੇ ਇਹਨਾਂ ਦੇ ਸਾਹਮਣੇ ਉਹੀ ਸ਼ਰਤ ਰੱਖੀ ਕਿ ਜਾਂ ਤਾਂ ਇਸਲਾਮ ਕਬੂਲ ਕਰੋ ਜਾਂ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਤਾਂ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਤੇ ਉਹਨਾਂ ਦੇ ਸਾਥੀਆਂ ਨੇ ਵੀ ਇਨਕਾਰ ਕਰ ਦਿੱਤਾ। ਤਾਂ ਗੁਰੂ ਜੀ ਨੂੰ ਜਿਹਦਾ ਹੌਸਲਾ ਸੀ ਜਿਹੜਾ ਉਹਨੂੰ ਢਾਉਣ ਦੇ ਵਾਸਤੇ ਭਾਈ ਮਤੀ ਦਾਸ, ਸਤੀ ਦਾਸ ਤੇ ਦਿਆਲਾ ਜੀ ਨੂੰ ਉਹਨਾਂ ਦੇ ਸਾਹਮਣੇ ਬਹੁਤ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਦੇ ਵਿੱਚ ਗੁਰੂ ਜੀ ਨੂੰ ਕੋਈ ਚਮਤਕਾਰ ਦਿਖਾਉਣ ਦੇ ਲਈ ਕਿਹਾ ਗਿਆ ਤਾਂ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਤੇ 11 ਨਵੰਬਰ 1675 ਈਸਵੀ ਨੂੰ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਚਾਂਦਨੀ ਚੌਕ ਦਿੱਲੀ। ਚਾਂਦਨੀ ਚੌਕ ਦਿੱਲੀ ਦੇ ਵਿੱਚ ਗੁਰੂ ਜੀ ਨੂੰ ਉਹਨਾਂ ਦਾ ਸੀਸ ਸੀ ਜਿਹੜਾ ਧੜ ਤੋਂ ਵੱਖ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਇਸ ਤਰ੍ਹਾਂ ਸ਼ਹੀਦ ਕਰ ਦਿੱਤਾ ਗਿਆ। ਇਹ ਡੇਟਸ ਨੇ ਜਿਹੜੀਆਂ ਇਹ ਕਾਫੀ ਇੰਪੋਰਟੈਂਟ ਰਹਿੰਦੀਆਂ ਨੇ। ਤਾਂ ਜਿਸ ਥਾਂ ਤੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਥਾਂ ਦੇ ਉੱਤੇ ਗੁਰਦੁਆਰਾ ਸੀਸਗੰਜ ਹੈ ਜਿਹੜਾ ਉਹ ਬਣਿਆ ਹੋਇਆ ਹੈ। ਤਾਂ ਗੁਰੂ ਜੀ ਦੀ ਜਿਹੜੀ ਧੜ ਸੀ ਤਾਂ ਗੁਰੂ ਜੀ ਦੀ ਧੜ ਨੂੰ ਭਾਈ ਲੱਖੀ ਸ਼ਾਹ ਉਹਨਾਂ ਦਾ ਇੱਕ ਸ਼ਰਧਾਲੂ ਸੀ, ਉਹ ਆਪਣੇ ਪੁੱਤਰਾਂ ਦੀ ਸਹਾਇਤਾ ਦੇ ਨਾਲ ਇੱਕ ਗੱਡੀ ਦੇ ਵਿੱਚ ਕੱਢ ਕੇ ਲਿਆ ਜਾਂਦਾ ਹੈ ਤੇ ਸੰਸਕਾਰ ਕਰਨ ਦੇ ਲਈ ਆਪਣੇ ਘਰ ਦੇ ਵਿੱਚ ਰੱਖ ਕੇ ਆਪਣੇ ਘਰ ਨੂੰ ਅੱਗ ਲਗਾ ਦਿੰਦਾ ਹੈ। ਤਾਂ ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਜਿਹੜਾ ਰਕਾਬਗੰਜ ਬਣਿਆ ਹੋਇਆ ਹੈ। ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਗੁਰੂ ਜੀ ਦਾ ਸਿੱਖ ਭਾਈ ਜੈਤਾ ਜੀ, ਉਹ ਗੁਰੂ ਜੀ ਦਾ ਸੀਸ ਲੈ ਕੇ ਪਹੁੰਚਦਾ ਹੈ ਅਨੰਦਪੁਰ ਸਾਹਿਬ। ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਿਆ ਤੇ ਗੁਰੂ ਜੀ ਨੇ ਉਸ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਸਨਮਾਨ ਹੈ ਜਿਹੜਾ ਉਹ ਦਿੱਤਾ। ਤੇ 16 ਨਵੰਬਰ 1675 ਨੂੰ 1675 ਨੂੰ ਉਹਨਾਂ ਦੇ ਸੀਸ ਦਾ ਸੰਸਕਾਰ ਸੀ ਜਿਹੜਾ ਉਹ ਕਰ ਦਿੱਤਾ ਗਿਆ। ਪੂਰੇ ਸਨਮਾਨਾਂ ਦੇ ਨਾਲ ਉਹਨਾਂ ਦੇ ਸੀਸ ਦਾ ਸੰਸਕਾਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸਾਡਾ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਚੈਪਟਰ ਹੈ ਕੰਪਲੀਟ ਹੁੰਦਾ ਹੈ। ਇਸ ਤੋਂ ਬਾਅਦ ਦੇ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਚੈਪਟਰ ਜੋ ਕਾਫੀ ਲੈਂਥੀ ਰਹਿੰਦਾ ਹੈ ਤੇ ਉਸ ਦੇ ਵਿੱਚੋਂ ਕਾਫੀ ਜ਼ਿਆਦਾ ਚਾਂਸ ਬਣਦੇ ਆ, ਕੁਐਸਚਨਸ ਪੁੱਛੇ ਜਾਂਦੇ ਆ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ, ਖਾਲਸਾ ਪੰਥ ਦੀ ਸਾਜਨਾ, ਇਹਨਾਂ ਦੇ ਵਿੱਚੋਂ ਕਾਫੀ ਜ਼ਿਆਦਾ ਕੁਐਸਚਨ ਨੇ ਜਿਹੜੇ ਉਹ ਹਰ ਵਾਰ ਪੁੱਟ ਕੀਤੇ ਜਾਂਦੇ ਆ। ਤਾਂ 2 ਲੈਕਚਰਾਂ ਦੇ ਵਿੱਚ ਅਸੀਂ ਉਸ ਨੂੰ ਜ਼ਰੂਰ ਕਵਰ ਕਰਾਂਗੇ। ਤਾਂ ਦੋਸਤੋ ਤੁਸੀਂ ਸਾਡਾ ਪੇਡ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ, ਜਿਸ ਦੇ ਵਿੱਚ ਅਸੀਂ ਡੇਲੀ ਹਰ ਰੋਜ਼ 2 ਲੈਕਚਰ ਨੇ ਜਿਹੜੇ ਉਹ ਪ੍ਰੋਵਾਈਡ ਕਰਵਾਉਂਦੇ ਆ ਤੇ ਇਸ ਦੇ ਨਾਲ ਹੀ MCQ ਦੀਆਂ ਜਿਹੜੀਆਂ PDF ਫਾਈਲਸ ਨੇ ਉਹ ਵੀ ਤੁਹਾਨੂੰ ਪ੍ਰੈਕਟਿਸ ਕਰਨ ਦੇ ਵਾਸਤੇ ਭੇਜੀਆਂ ਜਾਂਦੀਆਂ ਨੇ। ਤੇ ਇਸ ਦਾ ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ, ਜਿੱਥੇ ਤੁਸੀਂ ਡਿਟੇਲ ਦੇ ਵਿੱਚ ਇਸ ਦੇ ਬਾਰੇ ਜਾਣ ਸਕਦੇ ਹੋ। ਤੇ ਅਗਲੇ ਲੈਕਚਰ ਦੇ ਲਈ ਮਿਲਦੇ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਧੰਨਵਾਦ। ਤੇ ਇਸ ਤੋਂ ਇਲਾਵਾ ਸਾਡੀ ਵੈਬਸਾਈਟ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ, ਤੁਸੀਂ ਸਾਡੀ ਵੈਬਸਾਈਟ ਵੀ ਵਿਜ਼ਿਟ ਕਰਕੇ ਇਸ ਦੇ ਰਿਲੇਟਡ ਇਨਫੋਰਮੇਸ਼ਨ ਹੈ ਜਿਹੜੀ ਉਹ ਹਾਸਲ ਕਰ ਸਕਦੇ ਹੋ। ਧੰਨਵਾਦ।